हेलो गाइस, वेलकम टू जी के पाठशाला। आज आप करने जा रहे हैं मैथ दा लिमिट एंड डेरिवेटिव एंड कंटिन्यूटी। ये बहुत ज़्यादा इंपॉर्टेंट टॉपिक है फ्रॉम मास्टर कैडर। मोस्ट इंपॉर्टेंट टॉपिक है मास्टर कैडर के पेपर ਲਈ। ਅੱਜ ਆਪਾਂ ਇਹਨਾਂ ਬਾਰੇ ਪਹਿਲਾਂ ਬੇਸਿਕ ਕਲੀਅਰ ਕਰਾਂਗੇ, ਬਾਅਦ ਚੋਂ ਇਹਦੇ ਕੁਝ ਕੁਐਸਚਨ ਵੀ ਟਰਾਈ ਕਰਾਂਗੇ। ਸਭ ਤੋਂ ਪਹਿਲਾਂ ਲਿਮਿਟ ਐਂਡ ਡੈਰੀਵੇਟਿਵ। ਹੁਣ ਦੇਖੋ ਲਿਮਿਟ ਐਂਡ ਡੈਰੀਵੇਟਿਵ ਨੂੰ ਕਿਸ ਤਰ੍ਹਾਂ ਗ੍ਰਾਫ ਦੇਖੋ, ਆਪਣਾ ਐਕਸ ਐਕਸਿਸ ਤੇ ਵਾਈ ਐਕਸਿਸ ਹੋ ਗਿਆ। एक्स एक्सिस ਤੇ वाई एक्सिस ਇਹਦੇ ਵਿੱਚ ਆਪਾਂ ਇਹਦੀ ਸਭ ਤੋਂ ਪਹਿਲਾਂ ਕੋਈ ਵੀ ਲਾਈਨ ਹੈ, ਮੰਨ ਲਓ ਆ ਲਾਈਨ ਹੈ, ਇਹਦੀ ਸਲੋਪ ਕੱਢਣੀ ਹੈ। ਸਲੋਪ ਕੱਢਣ ਲਈ ਫਾਰਮੂਲਾ ਹੁੰਦਾ ਡੈਲਟਾ ਵਾਈ ਅਪੋਨ ਡੈਲਟਾ ਐਕਸ ਇਜ਼ ਇਕੁਅਲ ਟੂ ਟੈਨ ਥੀਟਾ। ਟੈਨ ਥੀਟਾ ਦੀ ਮਦਦ ਨਾਲ ਇਹਦੀ ਆਪਾਂ ਸਲੋਪ ਕੱਢ ਸਕਦੇ ਹਾਂ। ਸਲੋਪ ਨੂੰ ਆਪਾਂ ਐਮ ਨਾਲ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਠੀਕ ਹੈ, ਕੋਈ ਵੀ ਸਲੋਪ ਹੈ ਉਹਦੇ ਉੱਤੇ ਸਭ ਤੋਂ ਪਹਿਲਾਂ ਇੱਕ ਟੈਂਜੈਂਟ ਡਰੋ ਕਰਦੇ ਹਾਂ। ਟੈਂਜੈਂਟ ਕਿਵੇਂ, 1 ਪੁਆਇੰਟ ਤੋਂ ਆਪਾਂ ਇੱਕ ਟੈਂਜੈਂਟ ਡਰੋ ਕਰ ਦਾਂਗੇ, ਉਸ 'ਤੇ ਆਪਾਂ ਉਹਦੀ ਸਲੋਪ ਕੱਢਾਂਗੇ। ਉਰੇ ਲਿਮਿਟ ਕੀ ਹੁੰਦੀ ਹੈ, ਲਿਮਿਟ ਡੈਲਟਾ ਐਕਸ ਅਪਰੋਚ ਕਰਦੀ ਹੈ 0 ਨੂੰ। ਡੈਲਟਾ ਵਾਈ ਪੌਨ ਡੈਲਟਾ ਐਕਸ ਦੀ ਵੈਲਿਊ ਕਿਹਦੇ ਕਰੋ, ਡੀ ਵਾਈ ਪੌਨ ਡੀ ਐਕਸ। ਇਹ ਆਪਾਂ ਡੈਰੀਵੇਟਿਵ ਹੋ ਗਿਆ, ਡੈਰੀਵੇਟਿਵ ਆਫ ਵਾਈ ਵਿਦ ਰਿਸਪੈਕਟ ਟੂ ਐਕਸ। ਮਤਲਬ ਇਹਦਾ ਲਿਮਿਟ ਆਪਾਂ ਫਾਰਮੂਲਾ ਹੋ ਗਿਆ, ਇਹਦਾ ਲਿਮਿਟ ਡੈਲਟਾ ਐਕਸ ਅਪਰੋਚਿਸ ਡੈਲਟਾ ਵਾਈ ਪੌਨ ਡੈਲਟਾ ਐਕਸ ਇਜ਼ ਇਕੁਅਲ ਟੂ ਐਫ ਸੀ ਪਲਸ ਐਚ ਮਾਈਨਸ ਐਫ ਸੀ ਪੌਨ ਸੀ ਪਲਸ ਐਚ ਮਾਈਨਸ ਸੀ। ਹੁਣ ਦੇਖੋ ਕਿਹੜੇ ਕਿਹੜੇ ਪੁਆਇੰਟ ਲਏ ਸੀ। ਇੱਕ ਤਾਂ ਲਿਆ ਇਹਦੇ ਵਿੱਚ ਸੀ ਐਫ ਸੀ ਪੁਆਇੰਟ, ਇੱਕ ਲਿਆ ਸੀ ਪਲਸ ਐਚ ਅਤੇ ਐਫ ਸੀ ਐਸ ਪਲਸ ਐਚ ਪੁਆਇੰਟ। ਆਹ ਕਰਵ ਦਾ ਆਪਾਂ ਕੱਢਣੀ ਆ ਲਿਮਿਟ ਨੂੰ ਸੋਲਵ ਕਰ ਰਹੇ ਹਾਂ। ਇਹਦੀ ਆਪਾਂ ਸੀ ਪਲਸ ਐਚ ਚੋਂ ਮਾਈਨਸ ਕਰਾਂਗੇ ਨੀਚਰਲਾ ਐਫ ਸੀ ਵਾਲਾ, ਅਤੇ ਸੀ ਪਲਸ ਐਚ ਚੋਂ ਸੀ ਮਾਈਨਸ ਕਰਾਂਗੇ। ਇਸ ਤਰ੍ਹਾਂ ਇਹਨੂੰ ਆਪਾਂ ਲਿਮਿਟ ਨੂੰ ਸੋਲਵ ਕਰ ਸਕਦੇ ਹਾਂ। ਨਾਓ ਨੈਕਸਟ ਡੈਰੀਵੇਟਿਵ, ਮਤਲਬ ਡੀ ਵਾਈ ਡੀ ਐਕਸ ਦਾ ਫਾਰਮੂਲਾ ਕੀ ਹੈਗਾ, ਲਿਮਿਟ ਐਚ ਅਪਰੋਚਿਸ ਟੂ 0 ਐਫ ਸੀ ਪਲਸ ਐਚ ਮਾਈਨਸ ਐਫ ਸੀ ਨਾਲ ਸੀ ਕੈਂਸਲ ਹੋ ਜੂ ਅਪੋਨ ਐਚ। ਇਹ ਕੀ ਬਣ ਗਿਆ ਆਪਣਾ, ਦਿਸ ਲਿਮਿਟ ਇਜ਼ ਕੋਲਡ ਐਜ਼ ਡੈਰੀਵੇਟਿਵ ਆਫ ਐਫ ਐਟ ਸੀ। ਇਹਦਾ ਆਪਾਂ ਡੈਰੀਵੇਟਿਵ ਫਾਈਂਡ ਕੀਤਾ ਐਟ ਪੁਆਇੰਟ ਸੀ। ਠੀਕ ਹੈ, ਇਹ ਫਾਰਮੂਲਾ ਧਿਆਨ 'ਚ ਰੱਖਣਾ। ਆਪਾਂ ਕਿਸੇ ਵੀ ਫੰਕਸ਼ਨ ਦਾ ਡੈਰੀਵੇਟਿਵ ਫਾਈਂਡ ਕਰਨ ਲਈ ਉਹਦੇ ਆਪਾਂ ਇਹ ਫਾਰਮੂਲਾ ਅਪਲਾਈ ਕਰ ਸਕਦੇ ਹਾਂ। ਨਾਓ ਨੈਕਸਟ ਆਪਣੇ ਕੋਲ ਟੂ ਡਿਫਰੈਂਸ਼ੀਏਟ ਅ ਫੰਕਸ਼ਨ ਬਾਈ ਅਪਲਾਈਂਗ ਡੈਫੀਨੇਸ਼ਨ ਇਜ਼ ਕੋਲਡ ਡੈਲਟਾ ਮੈਥਡ, ਫਸਟ ਪ੍ਰਿੰਸੀਪਲ ਮੈਥਡ। ਜਦੋਂ ਵੀ ਆਪਾਂ ਕਿਸੇ ਫੰਕਸ਼ਨ ਨੂੰ ਡਿਫਰੈਂਸ਼ੀਏਟ ਕਰਾਂਗੇ ਬਾਈ ਅਪਲਾਈਂਗ ਡੈਫੀਨੇਸ਼ਨ, ਜਿਹੜਾ ਆਪਾਂ ਉੱਪਰ ਹੁਣੀ ਕਰਕੇ ਹਟੇ ਹਾਂ, ਇਹਨੂੰ ਕੀ ਕਹਿੰਦੇ ਆਪਾਂ, ਡੈਲਟਾ ਮੈਥਡ ਇਹਦਾ ਨਾਮ ਹੈ, ਜਾਂ ਇਹਨੂੰ ਕਹਿੰਦੇ ਫਸਟ ਪ੍ਰਿੰਸੀਪਲ ਮੈਥਡ। ਉਹ ਕਹਿਣਗੇ ਬਾਈ ਸੋਲਵ ਦਿਸ ਬਾਈ ਯੂਜ਼ਿੰਗ ਡੈਲਟਾ ਮੈਥਡ ਜਾਂ ਫਸਟ ਪ੍ਰਿੰਸੀਪਲ ਮੈਥਡ। ਹੁਣ ਆਪਾਂ ਸਲੋਪ ਕਿਵੇਂ ਕੱਢ ਸਕਦੇ ਹਾਂ, ਕਿਸੇ ਵੀ ਟੈਂਜੈਂਟ ਦੀ ਸਲੋਪ ਕੱਢਣੀ ਹੋਵੇ, ਸਿੰਪਲ ਉਹਦਾ ਡੈਰੀਵੇਟਿਵ ਕਰ ਦਿਓ। ਕੋਈ ਫੰਕਸ਼ਨ ਦਿੱਤਾ ਹੋਇਆ ਵਾਈ ਇਜ਼ ਇਕੁਅਲ ਟੂ, ਮੰਨ ਲਓ ਆਪਣੇ ਕੋਲ ਦਿੱਤਾ ਹੋਇਆ, ਮੰਨ ਲਓ ਵਾਈ ਇਜ਼ ਇਕੁਅਲ ਟੂ ਐਕਸ ਸਕੁਅਰ ਫੰਕਸ਼ਨ ਦਿੱਤਾ ਹੋਇਆ। ਠੀਕ ਹੈ, ਇਹਦੀ ਆਪਾਂ ਸਲੋਪ ਕੈਲਕੂਲੇਟ ਕਰਨੀ ਹੈ। ਸਲੋਪ ਕੈਲਕੂਲੇਟ ਕਰਨ ਲਈ ਆਪਾਂ ਇਹਦਾ ਸਿੰਪਲੀ ਡੈਰੀਵੇਟਿਵ ਕਰ ਦਾਂਗੇ, ਡੀ ਵਾਈ ਪੌਨ ਡੀ ਐਕਸ। ਡੈਰੀਵੇਟਿਵ ਕੀ ਆ ਜੂ, 2 ਅੱਗੇ ਆ ਜੂਗਾ, ਐਕਸ ਪਾਵਰ 'ਚ 1 ਮਾਈਨਸ ਹੋ ਜੂ 1। ਇਹ ਕੀ ਆ ਗਈ, ਇਹ ਆਪਣੀ ਸਲੋਪ ਆ ਗਈ ਇਹ ਇਕੁਏਸ਼ਨ ਦੀ। ਠੀਕ ਹੈ, ਇਜ਼ ਇਕੁਅਲ ਟੂ ਟੈਨ ਥੀਟਾ ਹੁੰਦਾ ਹੈ, ਇਜ਼ ਇਕੁਅਲ ਟੂ ਟੈਨ ਥੀਟਾ। ਟੈਨ ਥੀਟੇ ਨਾਲ ਵੀ ਸਲੋਪ ਆਪਾਂ ਲਿਖ ਸਕਦੇ ਹਾਂ, ਅਤੇ ਜੋ ਆਪਾਂ ਥੀਟਾ ਐਂਗਲ ਕੈਲਕੂਲੇਟ ਕਰ ਲਵਾਂਗੇ। ਨੈਕਸਟ ਵਨ ਇਜ਼ ਡੈਰੀਵੇਟਿਵ ਆਫ ਸਮ ਆਫ ਡਿਫਰੈਂਸ। ਹੁਣ ਦੇਖੋ ਜਦੋਂ ਆਪਾਂ ਡੈਰੀਵੇਟਿਵ ਕਰਨ ਜਾ ਰਹੇ ਹਾਂ, ਜਾਂ ਤਾਂ ਸਮ 'ਚੋਂ ਵੀ ਇਕੁਏਸ਼ਨ ਹੋ ਸਕਦੀ ਹੈ ਜਾਂ ਡਿਫਰੈਂਸ 'ਚ। ਉਹਦੇ ਲਈ ਸਿੰਪਲ ਹੈ, ਕੁਛ ਨਹੀਂ ਕਰਨਾ। ਮੰਨ ਲਓ ਵਾਈ ਇਜ਼ ਇਕੁਅਲ ਟੂ ਯੂ ਪਲਸ ਮਾਈਨਸ ਵੀ ਆਪਣੇ ਕੋਲ, ਇਹਦਾ ਡੈਰੀਵੇਟਿਵ ਕਰਨਾ ਡੀ ਵਾਈ ਪੌਨ ਡੀ ਐਕਸ ਵਿਦ ਰਿਸਪੈਕਟ ਟੂ ਐਕਸ ਇਜ਼ ਇਕੁਅਲ ਟੂ ਆ ਜੂ ਡੀ ਯੂ ਪੌਨ ਡੀ ਐਕਸ ਪਲਸ ਮਾਈਨਸ ਡੀ ਵੀ ਪੌਨ ਡੀ ਐਕਸ। ਮਤਲਬ ਸਿੰਪਲੀ ਡੈਰੀਵੇਟਿਵ ਹੋ, ਜੇ ਪਲੱਸ ਹੈ ਤਾਂ ਪਲੱਸ ਰੂ, ਜੇ ਮਾਈਨਸ ਹੈ ਤਾਂ ਆਪਣੇ ਕੋਲ ਮਾਈਨਸ ਰੂ। ਇਹ ਐਗਜ਼ਾਮਪਲ ਦੇਖ ਸਕਦੇ ਹੋ ਕਿ ਤੁਸੀਂ, ਇਫ ਵਾਈ ਇਜ਼ ਇਕੁਅਲ ਟੂ 4x ਸਕੁਅਰ ਮਾਈਨਸ 3x ਇਜ਼ ਇਕੁਅਲ ਟੂ ਪਲੱਸ 1। ਅਤੇ ਇਹਦੇ ਵਿੱਚ ਕੀ ਆ ਗਿਆ, ਹੁਣ ਦੇਖੋ ਇਹਦਾ ਡੈਰੀਵੇਟਿਵ ਕਰ ਦਾਂਗੇ ਡੀ ਵਾਈ ਬਾਈ ਡੀ ਐਕਸ। ਡੈਰੀਵੇਟਿਵ ਕਰਕੇ ਕੀ ਆ ਜੂਗਾ, ਇਹਦੇ ਵਿੱਚ ਜਦੋਂ ਆਪਾਂ ਇਹਦਾ ਡੈਰੀਵੇਟਿਵ ਕਰਾਂਗੇ, 2 ਅੱਗੇ ਆ ਜੂਗਾ, ਪਾਵਰ 1 ਅੱਗੇ ਆ ਜਾਂਦੀ ਹੁੰਦੀ ਹੈ, ਅਤੇ ਪਾਵਰ 'ਚ 1 ਲੈਸ 8x ਮਾਈਨਸ 3। ਕੌਂਸਟੈਂਟ ਡੈਰੀਵੇਟਿਵ ਹਮੇਸ਼ਾ ਕੀ ਹੁੰਦਾ, 0, ਇਸ ਲਈ ਇਹ ਕੀ ਆ ਗਿਆ, ਇਹਦਾ ਆਨਸਰ ਆ ਗਿਆ। ਹੁਣ ਕੋਈ ਫਾਰਮੂਲੇ ਦੇਖ ਲਓ, ਇਹਦੇ ਕੁਛ ਕੁ ਇੰਪੋਰਟੈਂਟ ਫਾਰਮੂਲੇ ਡੈਰੀਵੇਟਿਵ ਦੇ। ਸਭ ਤੋਂ ਪਹਿਲਾਂ ਡੈਰੀਵੇਟਿਵ ਦਾ ਫਾਰਮੂਲਾ ਹੈ ਐਕਸ ਰੇਸ ਟੂ ਪਾਵਰ n। ਜੇ ਵੀ ਕਿਸੇ ਵੀ ਐਕਸ ਦੀ ਪਾਵਰ n ਹੋਵੇ ਤਾਂ ਉਹਦਾ ਡੈਰੀਵੇਟਿਵ ਕੀ ਹੋਊਗਾ, ਪਾਵਰ ਅੱਗੇ ਆ ਜਾਂਦੀ ਹੁੰਦੀ ਹੈ, ਅਤੇ ਉੱਪਰੋਂ ਪਾਵਰ 'ਚ ਕੀ ਹੋ ਜੂ, 1 ਲੈਸ। ਅਤੇ ਬੇਸ ਦਾ ਵੀ ਆਪਾਂ ਡੈਰੀਵੇਟਿਵ ਕਰਨਾ ਹੋਵੇ, ਇਹਦੇ ਵਿੱਚ ਐਕਸ ਦਾ ਡੈਰੀਵੇਟਿਵ ਕੀ ਹੋ ਜੂ, 1, ਇਸ ਕਰਕੇ ਉਹਨੂੰ ਆਪਾਂ ਲਿਖਿਆ ਨਹੀਂ। ਠੀਕ ਹੈ, ਡੈਰੀਵੇਟਿਵ ਆਫ ਐਕਸ ਐਨ ਆ ਗਿਆ। ਅਸੀਂ ਡੈਰੀਵੇਟਿਵ ਆਫ ਏ ਦੀ ਪਾਵਰ ਐਕਸ ਹੋਵੇ, ਇਹਦਾ ਡੈਰੀਵੇਟਿਵ ਹੁੰਦਾ ਏ ਦੀ ਪਾਵਰ ਐਕਸ ਲੌਗ ਏ। ਠੀਕ ਹੈ, ਡੈਰੀਵੇਟਿਵ ਆਫ ਈ ਦੀ ਐਕਸ ਕੀ ਹੁੰਦਾ, ਈ ਦੀ ਐਕਸ ਉੱਪਰ ਐਕਸ ਦਾ ਡੈਰੀਵੇਟਿਵ ਕੀ ਹੋ ਜੂ ਨਾਲ 1। ਪਾਵਰ ਦਾ ਹਮੇਸ਼ਾ ਭੁੱਲਣ ਲਈ ਪਾਵਰ ਜਾਂ ਹੋਵੇ, ਐਂਗਲ ਹੋਵੇ ਅਤੇ ਬੇਸ ਹੋਵੇ, ਇਹਦਾ ਡੈਰੀਵੇਟਿਵ ਆਪਾਂ ਕਰਨਾ ਹੈ। ਸਭ ਤੋਂ ਪਹਿਲਾਂ ਕਰਦੇ ਹੁੰਦੇ ਆਪਾਂ ਪਾਵਰ ਦਾ ਡੈਰੀਵੇਟਿਵ, ਫਿਰ ਇਸ ਤੋਂ ਬਾਅਦ ਆ ਜਾਂਦਾ ਬੇਸ, ਫਿਰ ਐਂਗਲ। ਨੈਕਸਟ ਹੈ ਸਾਈਨ ਦਾ ਡੈਰੀਵੇਟਿਵ ਕੀ ਹੁੰਦਾ, ਕੋਸ ਐਕਸ। ਕੋਸ ਦਾ ਡੈਰੀਵੇਟਿਵ ਮਾਈਨਸ ਸਾਈਨ। ਟੈਨ ਦਾ ਡੈਰੀਵੇਟਿਵ ਸੀਕੈਂਡ ਸਕੁਅਰ। ਸੀਕੈਂਡ ਦਾ ਡੈਰੀਵੇਟਿਵ ਹੁੰਦਾ ਸੀਕੈਂਡ ਐਕਸ ਟੈਨ ਐਕਸ। ਕੋਸੀਕੈਂਡ ਦਾ ਡੈਰੀਵੇਟਿਵ ਹੁੰਦਾ ਮਾਈਨਸ ਕੋਸੀਕੈਂਡ ਐਕਸ ਕੋਟ ਐਕਸ। ਹੁਣ ਦੇਖੋ ਇਹ ਟ੍ਰੀਨੋਮੈਟਰੀ ਫੰਕਸ਼ਨ ਨੇ, ਇਹਦੇ ਡੈਰੀਵੇਟਿਵ ਤੁਹਾਨੂੰ ਯਾਦ ਰੱਖਣੇ ਪੈਣਗੇ। ਸਾਈਨ ਦਾ ਕੋਸ ਹੁੰਦਾ, ਕੋਸ ਦਾ ਸਾਈਨ। ਬਟ ਹੁਣ ਧਿਆਨ ਰੱਖੋ ਜਿਹਦੇ ਮੂਹਰੇ ਸੀ ਆ ਜੇ,
ਜਿਵੇਂ ਕੋਸ ਫੰਕਸ਼ਨ ਹੈ ਕੋਸ ਦਾ ਤਾਂ ਇਹਦੇ ਵਿੱਚ ਨੈਗੇਟਿਵ ਸਾਈਨ ਲੱਗ ਜੂ, ਅਸੀਂ ਕੋਸੀਕੈਂਟ ਦੇ ਵਿੱਚ ਮਾਈਨਸ ਲੱਗ ਜੂ। ਕੋਟ ਦਾ ਡੈਰੀਵੇਟਿਵ ਹੁੰਦਾ ਮਾਈਨਸ ਕੋਸੀਕੈਂਟ ਸਕੇਅਰ, ਠੀਕ ਹੈ। ਇਹ ਡੈਰੀਵੇਟਿਵ ਤੁਹਾਨੂੰ ਯਾਦ ਰੱਖਣੇ ਪੈਣੇ। ਕੋਟ ਦਾ ਡੈਰੀਵੇਟਿਵ ਸੀ ਹੈ ਮਾਈਨਸ ਲੱਗ ਜੂਗਾ ਮੂਹਰੇ, ਸਾਈਨ ਦਾ ਕੋਸ ਦਾ ਮਾਈਨਸ ਸਾਈਨ, ਟੈਨ ਦਾ ਸੀਕੈਂਟ ਸਕੇਅਰ, ਕੋਟ ਦਾ ਮਾਈਨਸ ਕੋਸੀਕੈਂਟ ਸਕੇਅਰ, ਸੀਕੈਂਟ ਦਾ ਸੀਕੈਂਟ ਐਕਸ ਟੈਨ ਐਕਸ, ਕੋਸੀਕੈਂਟ ਦਾ ਮਾਈਨਸ ਕੋਸੀਕੈਂਟ ਐਕਸ ਕੋਟ ਐਕਸ। ਇਹ ਡੈਰੀਵੇਟਿਵ ਸੀ। ਨੈਕਸਟ ਵਨ ਹੈਗਾ ਆਪਣੇ ਕੋਲ ਪ੍ਰੋਡਕਟ ਰੂਲ। ਮੰਨ ਲਓ ਕੋਈ ਵੀ ਦੋ ਫੰਕਸ਼ਨ ਹੈ, ਉਹਨਾਂ ਨੇ ਆਪਾਂ ਨੂੰ ਪ੍ਰੋਡਕਟ 'ਚ ਗਿਵਨ ਨੇ, ਉਹਨਾਂ ਦਾ ਆਪਾਂ ਡੈਰੀਵੇਟਿਵ ਕਰਨਾ, ਉਹਨਾਂ ਡੈਰੀਵੇਟਿਵ ਕਿਵੇਂ ਕਰਾਂਗੇ। ਮੰਨ ਲਓ ਯੂ ਵੀ ਹੈ, ਵਾਈ ਇਜ਼ ਇਕੁਅਲ ਟੂ ਯੂ ਵੀ, ਉਹਨੇ ਇਹ ਡੈਰੀਵੇਟਿਵ ਕਰਨਾ, ਆਪਣੇ ਲਈ ਕੀ ਆ ਜਾਊਗਾ ਡੀ ਵਾਈ ਪੌਣ ਡੀ ਐਕਸ ਇਜ਼ ਇਕੁਅਲ ਟੂ, ਇਹ ਡੈਰੀਵੇਟਿਵ ਕਰਨਾ। ਪ੍ਰੋਡਕਟ ਰੂਲ ਕੀ ਹੁੰਦਾ, ਫਸਟ ਐਜ਼ ਇਟ ਇਜ਼ ਸੈਕਿੰਡ ਦਾ ਡੈਰੀਵੇਟਿਵ ਪਲੱਸ ਸੈਕਿੰਡ ਐਜ਼ ਇਟ ਇਜ਼ ਫਸਟ ਦਾ ਡੈਰੀਵੇਟਿਵ। ਬਾ ਇੱਕ ਆਪਾਂ ਐਜ਼ ਇਟ ਇਜ਼ ਰੱਖਣਾ, ਦੂਜਾ ਡੈਰੀਵੇਟਿਵ ਕਰ ਦੇਣਾ ਪਲੱਸ ਦੂਸਰਾ ਐਜ਼ ਇਟ ਇਜ਼ ਅਤੇ ਫਸਟ ਦਾ ਡੈਰੀਵੇਟਿਵ, ਇਸ ਤਰ੍ਹਾਂ ਕਰ ਸਕਦੇ। ਨੈਕਸਟ ਹੈਗਾ ਇਸ ਨਾਲ ਹੀ ਕੋਸ਼ੈਂਟ ਰੂਲ। ਕੋਸ਼ੈਂਟ ਰੂਲ ਕਿਵੇਂ ਕਰਨਾ, ਕੋਈ ਵੀ ਮੰਨ ਲਓ ਫੰਕਸ਼ਨ ਹੈ ਉਹ ਕੀ 'ਚ ਆ ਗਿਆ ਕੋਸ਼ੈਂਟ 'ਚ, ਮੰਨ ਲਓ ਯੂ ਪੌਣ ਵੀ ਹੈ। ਹੁਣ ਇਹਦਾ ਡੈਰੀਵੇਟਿਵ ਕਿਵੇਂ ਕਰਾਂਗੇ, ਇਹ ਡੈਰੀਵੇਟਿਵ ਕਰਨ ਲਈ ਆ ਫਾਰਮੂਲਾ ਡਿਨੋਮੀਨੇਟਰ ਐਜ਼ ਇਟ ਇਜ਼, ਨਿਊਮੀਨੇਟਰ ਦਾ ਡੈਰੀਵੇਟਿਵ ਮਾਈਨਸ, ਉਹਦਾ ਧਿਆਨ ਰੱਖਣਾ ਖਾਸ ਕਰ ਮਾਈਨਸ ਦਾ ਸਾਈਨ ਆਊ, ਨਿਊਮੀਨੇਟਰ ਐਜ਼ ਇਟ ਇਜ਼ ਡਿਨੋਮੀਨੇਟਰ ਦਾ ਡੈਰੀਵੇਟਿਵ ਡਿਵਾਈਡ ਬਾਈ ਡਿਨੋਮੀਨੇਟਰ ਦਾ ਹੋਲ ਸਕੇਅਰ। ਆ ਕੀ ਹੈ ਕੋਸ਼ੈਂਟ ਰੂਲ। ਕੋਸ਼ੈਂਟ ਰੂਲ ਨਾਲ ਆਪਾਂ ਕਿਸੇ ਵੀ ਦਾ ਡੈਰੀਵੇਟਿਵ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲ ਚੇਨ ਰੂਲ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਸਾਰੇ ਸਮ ਆਏ ਜਾਂਦੇ ਆਪਣੇ +1 +2 ਵੀ ਕੀਤੇ ਹੋਣੇ ਤੁਸੀਂ। ਚੇਨ ਰੂਲ ਨਾਲ ਸਮ ਡੈਰੀਵੇਟਿਵ ਸੋਲਵ ਕਰਨੀ, ਕੋਈ ਵੀ ਦੋ ਫੰਕਸ਼ਨ ਦੇ ਉਹਦੇ ਵਿੱਚ ਦੋ ਵੇਰੀਏਬਲ ਹੁੰਦੇ ਆ, ਚੇਨ ਰੂਲ ਨਾਲ ਆਪਾਂ ਉਹਨੂੰ ਸਿੰਪਲੀ ਸੋਲਵ ਕਰ ਸਕਦੇ ਹਾਂ। ਜਿਵੇਂ ਚੇਨ ਰੂਲ ਆ, ਹੁਣ ਆਪਾਂ ਡੈਰੀਵੇਟਿਵ ਕਰਨਾ ਸਾਈਨ log 3x² - 1। ਹੁਣ ਦੇਖੋ ਜੀ ਸਿੰਪਲੀ ਡੈਰੀਵੇਟਿਵ ਕਰਾਂਗੇ ਬਹੁਤ ਲੈਂਥੀ ਚਲਾ ਜਾਊਗਾ, ਇਸ ਨੂੰ ਸੋਲਵ ਕਰਨ ਲਈ ਆਪਾਂ ਕੀ ਕਰਦੇ ਹੁੰਦੇ, ਇਹਨੂੰ ਯੂ ਪੁੱਟ ਕਰ ਲਓ, ਸਿੰਪਲ ਯੂ ਪੁੱਟ ਕਰਕੇ ਵੀ ਸਿੰਪਲੀ ਵੀ ਕਰ ਸਕਦੇ ਹੋ, ਉਵੇਂ ਵੀ ਸੌਖਾ ਹੈ, ਠੀਕ ਹੈ। ਨਹੀਂ ਇਹਨੂੰ log 3x² - 1 ਨੂੰ ਯੂ ਪੁੱਟ ਕਰ ਲਓ। ਇਹਦੇ ਵਿੱਚ ਡੈਰੀਵੇਟਿਵ ਦੇਖੋ, ਹੁਣ ਸਾਈਨ ਦਾ ਡੈਰੀਵੇਟਿਵ ਹੁੰਦਾ ਕੋਸ log 3x² - 1। ਹੁਣ ਐਂਗਲ ਦਾ ਵੀ ਡੈਰੀਵੇਟਿਵ ਹੋਊਗਾ। log ਦਾ ਡੈਰੀਵੇਟਿਵ ਹੁੰਦਾ 1/x, log ਦਾ ਡੈਰੀਵੇਟਿਵ ਦੱਸਣਾ ਭੁੱਲ ਗਿਆ ਮੈਂ। ਮੰਨ ਲਓ ਆਪਣੇ ਕੋਲ ਕੀ ਹੈ log x ਹੈ, log x ਦਾ ਡੈਰੀਵੇਟਿਵ ਕੀ ਹੋਊਗਾ 1/x, ਅਤੇ ਐਂਗਲ ਦਾ ਡੈਰੀਵੇਟਿਵ ਉਰੇ ਹੋ ਜਾਊਗਾ 1, ਠੀਕ ਹੈ। ਇਸ ਤਰ੍ਹਾਂ ਹੀ ਉਰੇ ਹੋਇਆ log ਆ ਸੀ, log ਦਾ ਡੈਰੀਵੇਟਿਵ ਕਰਾਂਗੇ ਕਿੰਨਾ ਆ ਜੂ 1/3x² - 1। ਬਾਅਦ 'ਚੋਂ ਬੇਸ ਦਾ ਡੈਰੀਵੇਟਿਵ ਵੀ ਕਰਾਂਗੇ, ਜੋ ਇਹ ਡੈਰੀਵੇਟਿਵ ਕਰਾਂਗੇ ਕਿੰਨਾ ਆ ਜੂਗਾ 6x × 1 -1 ਦਾ ਡੈਰੀਵੇਟਿਵ 0। ਇਹ ਕੀ ਹੈਗਾ ਆਪਣੇ ਲਈ ਡੈਰੀਵੇਟਿਵ ਆ ਗਿਆ ਸਾਈਨ log 3x² - 1 ਦਾ। ਨਾਓ ਨੈਕਸਟ ਆਪਣੇ ਕੋਲ ਲੈਫਟ ਡੈਰੀਵੇਟਿਵ। ਇਹ ਆਪਾਂ ਦੋ ਤਰ੍ਹਾਂ ਚੈੱਕ ਕਰਾਂਗੇ, ਲੈਫਟ ਡੈਰੀਵੇਟਿਵ ਹੁੰਦਾ, ਇੱਕ ਰਾਈਟ ਡੈਰੀਵੇਟਿਵ। ਮਤਲਬ ਕੋਈ ਵੀ ਪੁਆਇੰਟ ਹੈ ਇੰਟੀਗਰਲ ਪੁਆਇੰਟ ਆ, ਉਹਦੇ ਲੈਫਟ ਸਾਈਡ 'ਤੇ ਰਾਈਟ ਹੈਂਡ ਸਾਈਡ 'ਤੇ ਡੈਰੀਵੇਟਿਵ ਚੈੱਕ ਕਰਦੇ ਉਹਨਾਂ ਐਗਜ਼ਿਸਟ ਕਰਦਾ ਕਿ ਨਹੀਂ। ਇਹ ਫੰਕਸ਼ਨ ਇਜ਼ ਸੈਡ ਟੂ ਬੀ ਪੋਜੈਸ ਲੈਫਟ ਡੈਰੀਵੇਟਿਵ ਇਫ ਲਿਮਿਟ h ਅਪਰੋਚਿਸ ਟੂ 0 fc - h - fc - h ਐਗਜ਼ਿਸਟ ਫਨਾਈਟਲੀ ਡਿਨੋਟਡ ਬਾਈ LF' ਔਰ F' ਨੈਗੇਟਿਵ। ਹੁਣ ਦੇਖੋ ਇਹਨੂੰ ਲੈਫਟ ਡੈਰੀਵੇਟਿਵ ਤਾਂ ਹੀ ਐਗਜ਼ਿਸਟ ਕਰੂਗਾ ਜੇ ਇਹ ਐਗਜ਼ਿਸਟ ਕਰ ਜੇ, ਮਤਲਬ ਇਹਦੀ ਵੈਲਿਊ ਫਿਨਾਈਟ ਆਉਣੀ ਚਾਹੀਦੀ ਹੈ ਸੋਲਵ ਕਰਕੇ ਫੰਕਸ਼ਨ ਨੂੰ, fc - h - fc - h। ਅਤੇ ਹੁਣ ਡਿਨੋਟ ਕਿਵੇਂ ਕਰਦੇ ਆਪਾਂ LF' ਜਾਂ F' ਨੈਗੇਟਿਵ ਨਾਲ। ਅਸੀਂ ਰਾਈਟ ਹੈਂਡ ਡੈਰੀਵੇਟਿਵ ਫਾਰਮੂਲਾ ਕੀ ਹੈ RF' ਜਾਂ F' ਪੋਜ਼ੀਟਿਵ ਲਿਖ ਦਿੰਦੇ ਹਾਂ, ਲਿਮਿਟ h ਅਪਰੋਚਿਸ 0 fc + h - fc/h। ਹੁਣ ਦੇਖੋ ਥੋੜ੍ਹਾ ਜਿਹਾ ਡਿਫਰੈਂਸ ਹੈ ਬਸ ਇਹਦੇ ਵਿੱਚ। ਡਿਫਰੈਂਸ ਕੀ ਹੈ ਦੇਖੋ ਇਹਦੇ ਵਿੱਚ, ਜਿਹੜਾ ਲੈਫਟ ਹੈਂਡ ਡੈਰੀਵੇਟਿਵ ਉਹ 'ਚ -h ਹੁੰਦਾ ਨੀਚੇ, ਇਹ 'ਚ ਪੋਜ਼ੀਟਿਵ h ਹੁੰਦਾ, ਇੱਕ c + h ਹੈ ਇਹ 'ਚ, ਉਹ 'ਚ c - h ਹੁੰਦਾ। ਇੰਨਾ ਕੁ ਡਿਫਰੈਂਸ ਹੈ, ਕੋਈ ਬਹੁਤ ਜ਼ਿਆਦਾ ਡਿਫਰੈਂਸ। ਇਹਦੀ ਹਮੇਸ਼ਾ ਫਨਾਈਟ ਵੈਲਿਊ ਹੋਣੀ ਚਾਹੀਦੀ ਹੈ, ਜੇ ਇਨਫਾਈਨਾਈਟ ਵੈਲਿਊ ਆ ਜੇ ਇਨਫਿਨਿਟੀ ਬਣ ਜੇ ਤਾਂ ਉਹਨੂੰ ਕੀ ਕਹਿ ਦਾਂਗੇ ਆਪਾਂ ਇਟ ਡਜ਼ ਨੋਟ ਐਗਜ਼ਿਸਟ। ਨੈਕਸਟ ਆਪਣੇ ਕੋਲ ਇਹ ਕਹਿੰਦੇ ਫੰਕਸ਼ਨ ਇਜ਼ ਪੋਜੈਸ ਡੈਰੀਵੇਟਿਵ ਐਟਸੈਟਰਾ ਇਫ ਲਿਮਿਟ ਐਗਜ਼ਿਸਟ ਫਨਾਈਟਲੀ f' c ਇਜ਼ ਇਕੁਅਲ ਟੂ ਦਿਸ। ਕਹਿੰਦੇ ਇਹ ਫੰਕਸ਼ਨ ਪੋਜੈਸ ਕਰੂ ਡੈਰੀਵੇਟਿਵ ਤਾਂ ਹੀ ਕਰੂਗਾ ਡੈਰੀਵੇਟਿਵ ਜੇ ਇਹਦੀ ਵੈਲਿਊ ਫਨਾਈਟ ਆਊ, ਜਿਹੜੇ ਹੁਣ ਦੱਸ ਕੇ ਹਟਿਆ। ਇਹ ਫੰਕਸ਼ਨ ਇਜ਼ ਡਿਫਰੈਂਸ਼ੀਏਬਲ ਇਫ, ਹੁਣ ਦੇਖੋ ਆਪਾਂ ਡਿਫਰੈਂਸ਼ੀਏਬਿਲਿਟੀ ਚੈੱਕ ਕਰਨੀ ਹੋਵੇ ਕਿਸੇ ਵੀ ਫੰਕਸ਼ਨ ਦੀ, ਪਹਿਲਾਂ ਉਹਦੇ ਲੈਫਟ ਹੈਂਡ ਡੈਰੀਵੇਟਿਵ ਚੈੱਕ ਕਰਾਂਗੇ, ਫਿਰ ਰਾਈਟ ਹੈਂਡ ਡੈਰੀਵੇਟਿਵ ਚੈੱਕ ਕਰਾਂਗੇ, ਅਤੇ ਫਿਰ ਐਟ ਪੁਆਇੰਟ ਟੈਸਟ ਕਰਾਂਗੇ ਉਹਨੂੰ। ਜੇ ਤਿੰਨੇ ਆਪਣੇ ਕੋਲ ਇਕੁਅਲ ਆ ਜਾਂਦੇ ਆ ਫਿਰ ਉਹਨੂੰ ਕਹਾਂਗੇ ਆਪਾਂ ਫੰਕਸ਼ਨ ਕੀ ਹੈ ਡਿਫਰੈਂਸ਼ੀਏਬਲ ਆਪਣਾ। ਇਹ ਜ਼ਰੂਰੀ ਹੈ, ਜੇ ਇੱਕ ਵੀ ਇਹਨਾਂ 'ਚੋਂ ਨੋਟ ਇਕੁਅਲ ਆ ਜਾਏ ਤਾਂ ਕਹਾਂਗੇ ਫੰਕਸ਼ਨ ਇਜ਼ ਨੋਟ ਡਿਫਰੈਂਸ਼ੀਏਬਲ। ਇਹ ਡਿਫਰੈਂਸ਼ੀਏਬਲ ਦਾ ਮਤਲਬ ਕੀ ਹੈ, ਮਤਲਬ ਕੋਈ ਵੀ ਕਰਵ ਆਪਣੇ ਲਈ ਗ੍ਰਾਫ 'ਚ ਗਿਵਨ ਹੈ, ਉਹਦੇ ਹਰ ਇੱਕ ਪੁਆਇੰਟ 'ਤੇ ਉਹ ਕਰਵ ਡਿਫਾਈਨ ਹੋਣੀ ਚਾਹੀਦੀ ਹੈ, ਮਤਲਬ ਉਹਦੀ ਫਨਾਈਟ ਵੈਲਿਊ ਹੋਣੀ ਚਾਹੀਦੀ ਹੈ, ਉਹਨੂੰ ਕਹਿੰਦੇ ਆਪਾਂ ਡਿਫਰੈਂਸ਼ੀਏਬਲ। ਫਸਟ ਆਪਣੇ ਲਈ ਮੰਨ ਲਓ ਹੁਣ ਕੁਐਸਚਨ ਆਪਣੇ ਕੋਲ ਫਸਟ ਕੁਐਸਚਨ ਆ ਗਿਆ, ਕਹਿੰਦੇ f(x) ਇਜ਼ ਇਕੁਅਲ ਟੂ ਮੋਡੂਲਸ x, ਮੋਡੂਲਸ ਫੰਕਸ਼ਨ ਆਪਣੇ ਕੋਲ, ਇਹਦੀ ਆਪਾਂ ਡਿਫਰੈਂਸ਼ੀਏਬਿਲਿਟੀ ਚੈੱਕ ਕਰਨੀ ਹੈ ਐਟ x0 ਇਜ਼ ਇਕੁਅਲ ਟੂ 0 ਪੁਆਇੰਟ 'ਤੇ ਡਿਫਰੈਂਸ਼ੀਏਬਿਲਿਟੀ ਚੈੱਕ ਕਰਨੀ। ਸਭ ਤੋਂ ਪਹਿਲਾਂ ਆਪਾਂ ਲੈਫਟ ਹੈਂਡ ਲਿਮਿਟ ਸੋਲਵ ਕਰਾਂਗੇ। ਲੈਫਟ ਹੈਂਡ ਲਿਮਿਟ ਦਾ ਫਾਰਮੂਲਾ ਕੀ ਸੀ fc - h
ਮਾਈਨਸ ਐਫ ਸੀ ਮਾਈਨਸ ਐਚ। ਹੁਣ ਦੇਖੋ ਫੰਕਸ਼ਨ 'ਚ ਕੀ ਪੁੱਟ ਕਰ ਦੋ ਬਾ ਐਕਸ ਦੀ ਥਾਂ 'ਤੇ ਪਹਿਲਾਂ ਸੀ ਮਾਈਨਸ ਐਚ ਪੁੱਟ ਕਰ ਦਿਓ, ਫਿਰ ਸੀ ਪੁੱਟ ਕਰ ਦਿਓ। ਇਹਨੂੰ ਪੁੱਟ ਕਰਕੇ ਕੀ ਆ ਜੂ ਸੀ ਪੁਆਇੰਟ ਕੀ ਹੈ ਉਰੇ ਆਪਣੇ ਲਈ 0, ਕਿਉਂਕਿ ਆਪਾਂ 0 ਪੁਆਇੰਟ 'ਤੇ ਇਹਨੂੰ ਚੈੱਕ ਕਰਨਾ ਸੀ। ਦੱਸਿਆ ਸੀ ਨਾ ਜਿਹੜੇ ਪੁਆਇੰਟ 'ਤੇ ਆਪਾਂ ਡਿਫਰੈਂਸ਼ੀਏਬਿਲਿਟੀ ਚੈੱਕ ਕਰਨੀ ਉਹਨੂੰ ਸੀ ਲੈ ਕੇ ਚੱਲਦੇ ਹੁੰਦੇ ਆਪਾਂ, ਠੀਕ ਹੈ। ਲੈਫਟ ਹੈਂਡ ਲਿਮਿਟ ਸੋਲਵ ਕਰਕੇ ਕੀ ਆ ਜੂ 0 ਮਾਈਨਸ ਐਚ ਮਾਈਨਸ ਐਫ 0 ਡਿਵਾਈਡ ਫੰਕਸ਼ਨ 'ਚ 0 ਪੁੱਟ ਕਰਾਂਗੇ ਆਂਸਰ ਕੀ ਆ ਜੂ 0 ਐਚ ਮਾਈਨਸ 0 ਪੌਇੰਟ ਮਾਈਨਸ ਐਚ ਇਕੁਅਲ ਟੂ ਮਾਈਨਸ। ਆਪਣੀ ਲੈਫਟ ਹੈਂਡ ਲਿਮਿਟ ਕਿੰਨੀ ਆ ਗਈ -1। ਹੁਣ ਆਈ ਰਾਈਟ ਹੈਂਡ ਲਿਮਿਟ ਆਪਾਂ ਸੋਲਵ ਕਰਾਂਗੇ। ਰਾਈਟ ਹੈਂਡ ਲਿਮਿਟ ਦਾ ਫੋਰਮੂਲਾ ਕੀ ਸੀ ਐਫ ਸੀ ਪਲਸ ਐਚ ਮਾਈਨਸ ਐਫ ਸੀ ਡਿਵਾਈਡ ਬਾਈ ਐਚ। ਉਵੇਂ ਵੈਲਿਊਜ਼ ਪੁੱਟ ਕਰਦੀਆਂ, ਸੀ ਦੀ ਵੈਲਿਊ 0 ਅਤੇ ਬਾਅਦ 'ਚ ਉਹਨੂੰ ਫੰਕਸ਼ਨ 'ਚ ਪੁੱਟ ਕਰਤਾ। ਆਹ ਬਣ ਗਿਆ ਆਪਣੇ ਕੋਲੇ ਐਫ 0 ਕੀ ਹੋਊਗਾ 0, ਐਚ ਪੌਣ ਐਚ ਇਕੁਅਲ ਟੂ 1। ਹੁਣ ਦੇਖੋ ਰਾਈਟ ਹੈਂਡ ਲਿਮਿਟ ਤਾਂ ਕੀ ਆ ਗਈ 1, ਲੈਫਟ ਹੈਂਡ ਲਿਮਿਟ ਆ ਗਈ ਆਪਣੇ ਕੋਲੇ -1, ਮਤਲਬ ਦੋਨੋਂ ਕੀ ਨੇ ਨੋਟ ਇਕੁਅਲ। ਇਸ ਕਰਕੇ ਇਹ ਐਟ ਐਕਸ ਇਕੁਅਲ ਟੂ 0 ਡਿਫਰੈਂਸ਼ੀਏਬਲ ਨਹੀਂ ਹੈਗਾ। ਇਹ ਦਿਸ ਫੰਕਸ਼ਨ ਇਜ਼ ਨੋਟ ਡਿਫਰੈਂਸ਼ੀਏਬਲ ਐਟ ਐਕਸ ਇਕੁਅਲ ਟੂ 0, ਠੀਕ ਹੈ। ਇਸ ਤਰ੍ਹਾਂ ਆਪਾਂ ਸੋਲਵ ਕਰ ਸਕਦੇ ਹਾਂ। ਨੈਕਸਟ ਕੁਐਸਚਨ ਆਪਣੇ ਕੋਲੇ ਕਹਿੰਦੇ ਫॉर ਵਟ ਵੈਲਿਊ ਆਫ ਏ ਐਂਡ ਬੀ ਦਾ ਫੰਕਸ਼ਨ ਇਜ਼ ਡੈਰੀਵੇਬਲ ਐਟ ਐਕਸ ਇਕੁਅਲ ਟੂ। ਉਹੀ ਇਹਦੇ ਵਿੱਚ ਵੀ ਆਪਾਂ ਡਿਫਰੈਂਸ਼ੀਏਬਿਲਿਟੀ ਚੈੱਕ ਕਰਨੀ ਹੈ ਕਿਹੜੇ ਪੁਆਇੰਟ 'ਤੇ 2 ਪੁਆਇੰਟ 'ਤੇ, ਮਤਲਬ ਉਰੇ ਆਪਣੇ ਸੀ ਕੀ ਹੈ 2 ਹੈ। ਆਪਸ਼ਨ ਦਿੱਤੇ ਹੋਏ ਇਹਨਾਂ ਨੇ 4 -4 2 -2 2 4 2 -4। ਇਹਨੂੰ ਤੁਸੀਂ ਖੁਦ ਟਰਾਈ ਕਰਨਾ, ਈਜ਼ੀ ਹੈ, ਕਰ ਸਕਦੇ ਹੋ ਸੋਲਵ, ਕੁਛ ਵੀ ਨਹੀਂ, ਠੀਕ ਹੈ। ਉਵੇਂ ਆਪਾਂ ਲੈਫਟ ਹੈਂਡ ਲਿਮਿਟ ਚੈੱਕ ਕਰਾਂਗੇ ਪਹਿਲਾਂ, ਫਿਰ ਰਾਈਟ ਹੈਂਡ ਲਿਮਿਟ, ਫਿਰ ਐਟ ਪੁਆਇੰਟ। ਹੁਣ ਇਹਦੇ ਵਿੱਚ ਖਾਸ ਕਰ ਧਿਆਨ ਕੀ ਰੱਖਣਾ ਤੁਸੀਂ ਦੇਖੋ, ਹੁਣ ਲੈਫਟ ਹੈਂਡ ਲਿਮਿਟ ਹੈ, ਲੈਫਟ ਹੈਂਡ ਲਿਮਿਟ 'ਤੇ ਤਾਂ ਵੈਲਿਊ ਆਪਾਂ ਲੈ ਕੇ ਚੱਲਾਂਗੇ ਕਿਉਂਕਿ ਐਕਸ ਇਜ਼ ਸਮਾਲਰ ਦੈਨ 2 ਲਈ ਇਹ ਫੰਕਸ਼ਨ ਹੈ, ਅਤੇ ਰਾਈਟ ਹੈਂਡ ਲਿਮਿਟ ਲਈ ਫੰਕਸ਼ਨ ਲੈ ਕੇ ਚੱਲਾਂਗੇ ਇਹ, ਕਿਉਂਕਿ ਐਕਸ ਇਜ਼ ਗ੍ਰੇਟਰ ਦੈਨ 2 ਹੈ ਇਹ 'ਚ, ਅਤੇ ਐਕਸ ਇਜ਼ ਇਕੁਅਲ ਟੂ 2 ਮਤਲਬ ਐਟ ਏ ਪੁਆਇੰਟ ਇਹ ਫੰਕਸ਼ਨ, ਕਿਉਂਕਿ ਆਪਾਂ ਨੂੰ ਦਿੱਤਾ ਹੋਇਆ ਸਮਾਲਰ ਦੈਨ ਇਕੁਅਲ ਟੂ 2। ਇਸ ਤਰ੍ਹਾਂ ਇਹਨੂੰ ਦੋਨੋਂ ਸੋਲਵ ਕਰਕੇ ਆਪਾਂ 2 ਦੇ ਵੈਲਿਊਜ਼ ਕੱਢ ਲਾਂਗੇ, ਉਹ 'ਚੋਂ ਬਾਅਦ 'ਚੋਂ ਪੁਆਇੰਟ ਦੱਸਣਾ ਆਪਾਂ ਏ ਅਤੇ ਬੀ ਦੀਆਂ ਵੈਲਿਊ ਦੱਸਣੀਆਂ। ਇਹ ਆਪਾਂ ਨੂੰ ਗਿਵਨ ਹੈ ਵੀ ਚੈੱਕ ਕਰਨ ਦੀ ਇਹਨੂੰ ਆਪਾਂ ਲੋੜ ਨਹੀਂ ਵੀ ਇਹ ਡੈਰੀਵੇਟਿਵ ਹੈਗਾ ਪਹਿਲੀ, ਠੀਕ ਹੈ। ਇਹਨੂੰ ਆਪਾਂ ਚੈੱਕ ਕਰਨ ਦੀ ਲੋੜ ਨਹੀਂ, ਦੋਨਾਂ ਨੂੰ ਬਸ ਸਿੰਪਲੀ ਸੋਲਵ ਕਰਕੇ ਆਪਾਂ ਏ ਅਤੇ ਬੀ ਦੀ ਵੈਲਿਊਜ਼ ਕੱਢ ਲਾਂਗੇ ਇਹਦੇ ਵਿੱਚ। ਨੈਕਸਟ ਕੁਐਸਚਨ ਆਪਣੇ ਕੋਲ ਕਿ ਚੈੱਕ ਦਾ ਡਿਫਰੈਂਸ਼ੀਏਬਿਲਿਟੀ ਆਫ ਫੰਕਸ਼ਨ ਹੈ ਐਫ ਐਕਸ ਇਕੁਅਲ ਟੂ ਐਕਸ ਸਕੁਅਰ ਸਾਈਨ 1 ਅਪੋਨ ਐਕਸ ਐਟ ਐਕਸ ਇਜ਼ ਇਕੁਅਲ ਟੂ 0। ਹੁਣ ਇਹਦੀ ਆਪਾਂ ਉਵੇਂ ਡਿਫਰੈਂਸ਼ੀਏਬਿਲਿਟੀ ਚੈੱਕ ਕਰਨੀ ਹੈ ਇਹ ਫੰਕਸ਼ਨ ਦੀ। ਜਦੋਂ ਐਕਸ ਨੋਟ ਇਕੁਅਲ ਟੂ 0 ਉਹਦਾ ਫੰਕਸ਼ਨ ਲੈਣਾ ਆਪਾਂ ਐਕਸ ਸਕੁਅਰ ਸਾਈਨ 1 ਅਪੋਨ ਐਕਸ, ਜਦੋਂ ਐਕਸ ਇਜ਼ ਇਕੁਅਲ ਟੂ 0 ਹੈ ਤਾਂ ਫੰਕਸ਼ਨ ਲੈਣਾ 0। ਹੁਣ ਦੇਖੋ ਇਹਦਾ ਨਾਲ ਤੁਸੀਂ ਖਾਸ ਕਰ ਧਿਆਨ ਰੱਖਣਾ, ਜਿਵੇਂ ਸਾਈਨ ਹੋ ਗਿਆ ਫੰਕਸ਼ਨ, ਕੋਸ ਹੋ ਗਿਆ, ਟੈਨ ਹੋ ਗਿਆ, ਇਹ ਹਮੇਸ਼ਾ ਕੀ ਹੁੰਦੇ, ਟੈਨ ਨਹੀਂ ਸਾਈਨ ਅਤੇ ਕੋਸ, ਇਹ ਹਮੇਸ਼ਾ ਡਿਫਰੈਂਸ਼ੀਏਬਲ ਫੰਕਸ਼ਨਸ ਹੁੰਦੇ ਆ। ਸਾਈਨ ਅਤੇ ਕੋਸ ਦੀ ਆਪਾਂ ਵੈਲਿਊਜ਼ ਪੜ੍ਹਦੇ ਹੁੰਦੇ ਹਾਂ, ਸਾਈਨ ਅਤੇ ਕੋਸ ਦੋਨੋਂ ਕੀ ਨੇ ਬਾਊਂਡਡ ਫੰਕਸ਼ਨ ਨੇ, ਇਹਨਾਂ ਦੀ ਵੈਲਿਊ ਵੇਰੀ ਕਰਦੀ ਆ -1 ਤੋਂ ਲੈ ਕੇ 1 ਦੇ ਵਿੱਚ, ਇਸ ਕਰਕੇ ਹਮੇਸ਼ਾ ਇਹ ਡਿਫਰੈਂਸ਼ੀਏਬਲ ਹੁੰਦੇ ਆ। ਹੁਣ ਦੇਖੋ ਨਾਲ ਕੀ ਇਹਦੇ ਐਕਸ ਸਕੁਅਰ ਹੈ, ਐਕਸ ਦੀ ਵੈਲਿਊ ਕੋਈ ਵੀ ਹੋ ਸਕਦੀ ਹੈ, ਕੇ ਲੈਟ ਕਰ ਸਕਦੇ ਹਾਂ, ਹਮੇਸ਼ਾ ਕਿਊ ਗ੍ਰੇਟਰ ਦੈਨ 0, ਇਸ ਕਰਕੇ ਇਹ ਕਿਊ ਆ ਡਿਫਰੈਂਸ਼ੀਏਬਲ ਹੋਊ। ਹਮੇਸ਼ਾ ਯਾਦ ਰੱਖਣਾ ਸਾਈਨ ਆ ਜੇ ਕੋਸ ਆ ਜੇ ਦੋਨੋਂ ਕੀ ਨੇ ਬਾਊਂਡਡ ਫੰਕਸ਼ਨ ਨੇ, ਇਸ ਕਰਕੇ ਇਹ ਹਮੇਸ਼ਾ ਐਟ ਆਲ ਪੁਆਇੰਟਸ ਆਰ ਡਿਫਰੈਂਸ਼ੀਏਬਲ। ਨੈਕਸਟ ਕੁਐਸਚਨ ਅੱਗੇ ਆ ਗਿਆ ਆਪਣੇ ਕੋਲ ਕੰਟੀਨਿਊਟੀ। ਪਹਿਲਾਂ ਹੁਣ ਆਪਾਂ ਡਿਫਰੈਂਸ਼ੀਏਬਿਲਿਟੀ ਕੀ ਹੋਗਾ ਕੰਪਲੀਟ ਹੋ ਗਿਆ, ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕੰਟੀਨਿਊਟੀ ਬਾਰੇ। ਕੰਟੀਨਿਊਟੀ ਕੀ ਹੁੰਦੀ ਹੈ, ਹੁਣ ਦੇਖੋ ਕੰਟੀਨਿਊਟੀ ਕਿਵੇਂ ਕਹੋਗੇ, ਆਪਾਂ ਕਿਸੇ ਵੀ ਚੀਜ਼ ਦੀ ਕੰਟੀਨਿਊਟੀ ਚੈੱਕ ਕਰਨੀ ਹੋਵੇ ਗ੍ਰਾਫ ਦੀ, ਸੋਰੀ ਜਿਵੇਂ ਆਪਣੇ ਕੋਲ ਕੋਈ ਵੀ ਕਰਵ ਹੈ, ਮੰਨ ਲਓ ਆਹ ਹੈ, ਇਹ ਕੀ ਇੱਕ ਕੰਟੀਨਿਊਸ ਕਰਵ ਹੈ, ਠੀਕ ਹੈ, ਕਿਤੇ ਵੀ ਬ੍ਰੇਕ ਡਾਊਨ ਨਹੀਂ ਹੋ ਰਹੀ, ਇਹ ਕੀ ਹੈ ਕੰਟੀਨਿਊਸ ਹੈ, ਠੀਕ ਹੈ। ਇਹੀ ਚੈੱਕ ਕਰਨਾ ਹੁੰਦਾ ਕੋਈ ਵੀ ਫੰਕਸ਼ਨ ਕੰਟੀਨਿਊਸ ਹੈਗਾ ਕਿ ਨਹੀਂ। ਅਤੇ ਮੰਨ ਲਓ ਇੱਕ ਹੋਰ ਕਰਵ ਆਪਣੇ ਕੋਲ, ਜਿਵੇਂ ਲੋ ਉਹਦਾ ਹੁੰਦਾ ਆਪਣੇ ਟੈਨ ਦਾ ਗ੍ਰਾਫ ਹੁੰਦਾ, ਇਸ ਤਰ੍ਹਾਂ ਹੁੰਦਾ ਨਾ ਉਹ, ਇਹ ਕੀ ਹੁੰਦਾ ਡਿਸਕੰਟੀਨਿਊਸ ਗ੍ਰਾਫ ਹੁੰਦਾ, ਸਾਈਨ ਅਤੇ ਕੋਸ ਦਾ ਕੰਟੀਨਿਊਸ ਗ੍ਰਾਫ ਹੁੰਦਾ। ਤਾਂ ਹੀ ਕੀ ਕਹਿੰਦੇ ਆ ਸਾਈਨ ਅਤੇ ਕੋਸ ਕੀ ਹੁੰਦੇ ਨੇ ਡਿਫਰੈਂਸ਼ੀਏਬਲ ਫੰਕਸ਼ਨ ਨੇ ਅਤੇ ਕੰਟੀਨਿਊਸ ਹੁੰਦੇ ਆਲਵੇਜ਼। ਜਿਵੇਂ ਸਾਈਨ ਦਾ ਗ੍ਰਾਫ ਡਰੋ ਕਰਨ ਜਾ ਰਹੇ ਆਪਾਂ, ਸਾਈਨ ਦਾ ਇਸ ਤਰ੍ਹਾਂ ਹੋਊ, ਇਹ ਕੀ ਹੈ ਕੰਟੀਨਿਊਸ ਹੈ ਨਾ, ਕਿਤੇ ਵੀ ਕਰਵ ਬ੍ਰੇਕ ਡਾਊਨ ਨਹੀਂ। ਅਸੀਂ ਕੋਸ ਦੀ ਵੀ ਕੰਟੀਨਿਊਸ ਕਰਵ ਹੁੰਦੀ ਹੈ ਅਤੇ ਡਿਫਰੈਂਸ਼ੀਏਬਲ ਹੀ ਹੁੰਦਾ ਇਹ ਫੰਕਸ਼ਨ, ਠੀਕ ਹੈ। ਇਸ ਤਰ੍ਹਾਂ ਹੀ ਚੈੱਕ ਕਰਨਾ। ਹੁਣ ਦੇਖੋ ਕੰਟੀਨਿਊਟੀ ਕਿਵੇਂ ਚੈੱਕ ਕਰ ਸਕਦੇ ਹਾਂ ਕਿਸੇ ਵੀ ਫੰਕਸ਼ਨ ਦੀ, ਉਸ ਤਰ੍ਹਾਂ ਹੀ ਆ, ਪਹਿਲਾਂ ਲੈਫਟ ਕੰਟੀਨਿਊਟੀ ਚੈੱਕ ਕਰਾਂਗੇ, ਫਿਰ ਰਾਈਟ ਕੰਟੀਨਿਊਟੀ। ਲੈਫਟ ਹੈਂਡ ਲਿਮਿਟ ਕਿਵੇਂ ਚੈੱਕ ਕਰਾਂਗੇ, ਇਹਦੇ ਵਿੱਚ ਦੇਖੋ ਇਹ ਫੰਕਸ਼ਨ ਇਜ਼ ਸੈਡ ਟੂ ਬੀ ਲੈਫਟ ਕੰਟੀਨਿਊਸ ਐਟ ਐਕਸ ਇਕੁਅਲ ਟੂ ਸੀ ਇਫ ਐਫ ਇਜ਼ ਡਿਫਾਈਨਡ ਇਨ ਸੀ ਮਾਈਨਸ ਡੈਲਟਾ ਉਹ ਸੀ ਐਂਡ ਐਕਸ ਕਿਹਦੇ ਵਿੱਚ ਲਾਈ ਕਰਦਾ ਸੀ ਮਾਈਨਸ ਡੈਲਟਾ ਟੂ ਸੀ ਦੇ ਵਿੱਚ ਡੈਲਟੇ ਦੀ ਵੈਲਿਊ ਕੀ ਹੋਊਗੀ ਹਮੇਸ਼ਾ ਗ੍ਰੇਟਰ ਦੈਨ 0। ਐਫ ਲਿਮਿਟ ਐਕਸ ਅਪਰੋਚਿਸ ਟੂ ਸੀ ਨੈਗੇਟਿਵ ਐਫ ਐਕਸ ਇਕੁਅਲ ਟੂ ਐਫ ਸੀ। ਅਸੀਂ ਰਾਈਟ ਕੰਟੀਨਿਊਟੀ ਕਿਵੇਂ ਚੈੱਕ ਕਰਾਂਗੇ, ਲਿਮਿਟ ਐਕਸ ਅਪਰੋਚਿਸ ਟੂ ਸੀ ਪੋਜ਼ਿਟਿਵ ਐਫ ਐਕਸ ਇਕੁਅਲ ਟੂ ਐਫ ਸੀ। ਇਹਦੇ ਵਿੱਚ ਧਿਆਨ ਰੱਖਣਾ ਸੀ ਨੈਗੇਟਿਵ ਦਾ ਮਤਲਬ ਕੀ ਹੈ 0 ਤੋਂ ਲੈਫਟ ਹੈਂਡ ਸਾਈਡ 'ਤੇ ਆ ਜਾਂਦਾ ਅਤੇ ਸੀ ਪੋਜ਼ਿਟਿਵ 0 ਤੋਂ ਰਾਈਟ ਹੈਂਡ। ਕੰਟੀਨਿਊਟੀ ਐਟ ਪੁਆਇੰਟ, ਇੱਕ ਪੁਆਇੰਟ 'ਤੇ ਕੰਟੀਨਿਊਟੀ ਕਿਵੇਂ ਚੈੱਕ ਕਰਾਂਗੇ, ਉਹਦੇ ਲਈ ਲਿਮਿਟ ਐਕਸ ਅਪਰੋਚਿਸ ਟੂ ਸੀ ਨੈਗੇਟਿਵ ਐਫ ਐਕਸ ਇਕੁਅਲ ਟੂ ਲਿਮਿਟ ਐਕਸ ਅਪਰੋਚਿਸ ਟੂ ਸੀ ਪੋਜ਼ਿਟਿਵ ਐਫ ਐਕਸ ਇਕੁਅਲ ਟੂ ਐਫ ਸੀ, ठीक है। कंटिन्यूड फंक्शन ताई हो जो तिने आपस से बराबर है, लेफ्ट हैंड लिमिट इज इक्वल टू राइट हैंड लिमिट एंड एट पॉइंट। ये डेफिनेशन है होना, ए फंक्शन एफ इज सेड टू बी कंटिन्यूस एट एक्स इज इक्वल टू सी इफ गिवन एप्सिलॉन इज ग्रेटर दैन 0 देयर एग्जिस्ट अ रियल नंबर
delta such that fx minus fc modulus smaller than epsilon for x minus c smaller than delta। ਇਹ ਸੋ ਡੈਫੀਨੇਸ਼ਨ ਹੈ, ਕੋਈ ਬਸ ਉਹਨੂੰ ਇੱਕ ਤਰ੍ਹਾਂ ਬਸ ਯਾਦ ਰੱਖੋ, ਇਹ ਪੇਪਰ ਤਾਂ ਨਹੀਂ ਪੁੱਛਦੇ, ਬਸ ਉਹਨੂੰ ਇੱਕ ਵਾਰੀ ਵੈਸੇ ਵੀ ਫਿਰ ਧਿਆਨ 'ਚ ਰੱਖ ਲਓ ਡੈਫੀਨੇਸ਼ਨ। ਨੈਕਸਟ ਹੈ ਕੰਸੀਡਰ ਦਾ ਫੰਕਸ਼ਨ। ਉਹੀ ਚੀਜ਼ ਆ, ਹੁਣ ਆਪਾਂ ਇਹ ਫੰਕਸ਼ਨ ਨੂੰ ਦੇਖਣਾ ਹੁਣ ਉਵੇਂ ਚੈੱਕ ਕਰਾਂਗੇ ਆਪਾਂ। ਪਹਿਲਾਂ ਸਭ ਤੋਂ ਐਟ ਪੁਆਇੰਟ ਚੈੱਕ ਕਰ ਰਹੇ ਹਾਂ ਆਪਾਂ, f0 ਇਜ਼ ਇਕੁਅਲ ਟੂ 0। ਹੁਣ ਜਦੋਂ ਲਿਮਿਟ ਦੇਖੋ, ਲਿਮਿਟ x ਅਪਰੋਚਿਸ ਟੂ 0 ਪੋਜ਼ਿਟਿਵ ਹੈ, ਰਾਈਟ ਹੈਂਡ ਲਿਮਿਟ ਹੈ, 1/x ਆਊਗਾ, ਇਹ ਕੀ ਬਣ ਗਿਆ ਇਨਫਾਨਾਈਟ। ਆਪਾਂ ਗੱਲ ਕੀਤੀ ਹਮੇਸ਼ਾ ਕਿ ਉਹਨੇ ਫਾਈਨਾਈਟ ਹੋਣੇ ਚਾਹੀਦੇ, ਇਹ ਕੀ ਹੈਗਾ ਇਨਫਾਨਾਈਟ, ਇਸ ਕਰਕੇ ਇਹ ਫੰਕਸ਼ਨ ਐਗਜ਼ਿਸਟ ਨਹੀਂ ਕਰਦਾ, ਮਤਲਬ ਇਹ ਕੰਟੀਨਿਊਸ ਫੰਕਸ਼ਨ ਨਹੀਂ ਹੈ। ਲੈਫਟ ਹੈਂਡ ਲਿਮਿਟ ਨੋਟ ਇਕੁਅਲ ਟੂ ਰਾਈਟ ਹੈਂਡ ਲਿਮਿਟ, ਡਿਸਕੰਟੀਨਿਊਟੀ ਆਫ ਫਸਟ ਕਾਇੰਡ ਕਹਿੰਦੇ ਇਹਨੂੰ ਆਪਾਂ। ਪੁੱਛ ਲੈਂਦੇ ਆਪਾਂ ਨੂੰ ਪੇਪਰ, ਡਿਸਕੰਟੀਨਿਊਟੀ ਆਫ ਫਸਟ ਕਾਇੰਡ ਜਾਂ ਸੈਕਿੰਡ ਕਾਇੰਡ ਕੀ ਹੁੰਦੀ ਆ। ਫਸਟ ਕਾਇੰਡ ਕੀ ਹੁੰਦੀ ਹੈ ਜੀ, ਲੈਫਟ ਹੈਂਡ ਲਿਮਿਟ ਨੋਟ ਇਕੁਅਲ ਆ ਜਾਏ ਰਾਈਟ ਹੈਂਡ ਲਿਮਿਟ ਦੇ। ਡਿਸਕੰਟੀਨਿਊਟੀ ਆਫ ਸੈਕਿੰਡ ਕਾਇੰਡ ਕਿਹੜੀ ਹੁੰਦੀ ਹੈ ਜੀ, ਚ ਉਹ ਜਿਹੜਾ ਫੰਕਸ਼ਨ ਆ ਉਹ ਐਗਜ਼ਿਸਟ ਹੀ ਨਾ ਕਰੇ, ਇਨਫਾਨਾਈਟ ਫੰਕਸ਼ਨ ਆ ਜੇ, ਠੀਕ ਹੈ। ਨੈਕਸਟ ਆਪਣੇ ਹੁਣ ਦੇਖੋ ਕਿਹੜੇ ਕਿਹੜੇ ਫੰਕਸ਼ਨ ਕੰਟੀਨਿਊਸ ਹੁੰਦੇ ਆ, ਡਿਸਕੰਟੀਨਿਊਸ। ਸਭ ਤੋਂ ਪਹਿਲਾਂ ਪੋਲੀਨੋਮੀਅਲ, ਕੋਈ ਵੀ ਪੋਲੀਨੋਮੀਅਲ ਫੰਕਸ਼ਨ ਆ ਜਾਏ ਆਪਣੇ ਲਈ, ਲੀਨੀਅਰ, ਕਿਊਬਿਕ, ਕੁਆਡਰੈਟਿਕ ਇਕੁਏਸ਼ਨ ਆ ਜਾਏ, ਉਹ ਹਮੇਸ਼ਾ ਕੀ ਹੁੰਦੀ ਹੈ, ਹਮੇਸ਼ਾ ਕੰਟੀਨਿਊਸ ਹੁੰਦਾ। ਵੀ ਆ ਗਿਆ ਰੇਸ਼ਨਲ ਫੰਕਸ਼ਨ, ਰੇਸ਼ਨਲ ਫੰਕਸ਼ਨ ਵੀ ਹਮੇਸ਼ਾ ਕੰਟੀਨਿਊਸ ਹੁੰਦਾ ਹੈ। ਐਕਸਪੋਨੈਂਸ਼ੀਅਲ ਫੰਕਸ਼ਨਸ ਵੀ ਹਮੇਸ਼ਾ ਕੰਟੀਨਿਊਸ ਹੁੰਦੇ ਆ। ਸਾਈਨ ਅਤੇ ਕੋਸ ਤਾਂ ਮੈਂ ਪਹਿਲੀ ਦੱਸ ਕੇ ਰਿਹਾ, ਦੋਨੋਂ ਕੀ ਨੇ ਕੰਟੀਨਿਊਸ ਫੰਕਸ਼ਨਸ ਨੇ। ਟੈਨ ਕੀ ਹੈ, ਟੈਨ ਡਿਸਕੰਟੀਨਿਊਸ ਫੰਕਸ਼ਨ ਹੈ, ਟੈਨ ਨੂੰ ਕੰਟੀਨਿਊਸ 'ਚ ਨਹੀਂ ਲੈ ਸਕਦੇ ਆਪਾਂ, ਕਿਉਂਕਿ ਇਹਦੀ ਇਨਫਾਨਾਈਟ ਵੈਲਿਊ ਬਣ ਜਾਂਦੀ ਹੈ 10, 90, ਇਨਫਿਨਿਟੀ ਬਣ, ਇਸ ਕਰਕੇ ਇਹ ਡਿਸਕੰਟੀਨਿਊਸ ਫੰਕਸ਼ਨ ਹੈ, ਕੰਟੀਨਿਊਸ ਨਹੀਂ ਹੁੰਦਾ, ਇਹ ਡਿਸਕੰਟੀਨਿਊਸ ਫੰਕਸ਼ਨ ਆਊਗਾ, ਠੀਕ ਹੈ। ਇਹ ਧਿਆਨ 'ਚ ਰੱਖਣਾ ਤੁਸੀਂ ਇਹ। ਨੈਕਸਟ ਆਪਣੇ ਲਿਮਿਟ, ਮੋਸਟ ਇੰਪੋਰਟੈਂਟ MCQs। ਇਹ MCQs ਨੇ ਹੁਣ ਸਾਰੇ ਇੰਪੋਰਟੈਂਟ ਨੇ, ਪ੍ਰੀਵੀਅਸ ਈਅਰ ਪੇਪਰ ਦੇ ਅਕੋਰਡਿੰਗ ਹੀ ਚੱਕੇ ਗਏ। ਹੁਣ ਦੇਖੋ F2 ਕੀ ਆਪਣੇ 4, f-2 ਇਜ਼ ਇਕੁਅਲ ਟੂ 4, ਲਿਮਿਟ x ਅਪਰੋਚਿਸ ਟੂ 2x f2 ਮਾਈਨਸ 2fx x ਮਾਈਨਸ 2। ਇਹਦੀ ਵੈਲਿਊ ਕੈਲਕੂਲੇਟ ਕਰਨੀ ਆਪਾਂ, ਲਿਮਿਟ ਦੀ ਵੈਲਿਊ ਕੈਲਕੂਲੇਟ ਕਰਨੀ ਹੈ ਐਟ ਪੁਆਇੰਟ 2। ਆਪਾਂ ਉਹ ਵੀ ਫਾਰਮੂਲਾ ਚੈੱਕ ਕਰਾਂਗੇ, f2 x ਦੀ ਵੈਲਿਊ ਕਿੰਨੀ ਹੈ ਉਰੇ 4, f2 ਪੁੱਟ ਕਰਾਂਗੇ ਇਜ਼ ਇਕੁਅਲ ਟੂ 4 ਆ ਜੂ, 4 ਮਲਟੀਪਲਾਈ ਬਾਈ 1 ਮਾਈਨਸ 2 f' x (1 ਮਾਈਨਸ 0)। ਇਹ ਸੋਲਵ ਕਰਕੇ ਆਪਣੇ ਆਂਸਰ ਕਿੰਨਾ -4, ਮਤਲਬ ਇਹਦਾ ਆਂਸਰ ਕਿੰਨਾ ਆ ਜੂਗਾ -4। ਨੈਕਸਟ fx ਇਜ਼ ਕੰਟੀਨਿਊਸ ਐਂਡ fx ਮਲਟੀਪਲਾਈ f1/x ਪਲਸ fx ਪਲਸ f1/x, f1 ਇਜ਼ ਗ੍ਰੇਟਰ ਦੈਨ 0। ਫਾਈਂਡ ਕਹਿੰਦੇ ਲਿਮਿਟ x ਅਪਰੋਚਿਸ ਟੂ fx। ਆਪਾਂ ਕੀ ਇਹਦੇ ਫੰਕਸ਼ਨ ਫਾਈਂਡ ਕਰਨਾ, ਇਹਦੇ ਵਿੱਚ ਗਿਵਨ ਆਪਾਂ ਨੂੰ ਕੰਟੀਨਿਊਸ ਫੰਕਸ਼ਨ ਹੈ ਅਤੇ ਇੱਕ ਕੰਡੀਸ਼ਨ ਗਿਵਨ ਹੈ, ਠੀਕ ਹੈ। ਹੁਣ ਇਹ 'ਚ ਦੇਖੋ ਕਿਵੇਂ ਚੈੱਕ ਕਰੋਗੇ, ਆਪਾਂ ਨੂੰ fx ਡੋਟ f ਆਹ ਗਿਵਨ ਹੈ, ਆਹ ਗਿਵਨ ਆਪਾਂ ਨੂੰ ਸਟੇਟਮੈਂਟ ਆਪਾਂ ਨੂੰ ਇੱਕ ਆਹ ਚੀਜ਼ ਦੇ ਰੱਖੀਆਂ ਨੇ, ਕਹਿੰਦੇ ਲਿਮਿਟ x ਅਪਰੋਚਿਸ ਟੂ 1 fx ਕਿਹਦੇ ਬਰਾਬਰ ਹੋ ਜੂਗਾ f1 ਦੇ, ਕਿਉਂਕਿ f1 ਕੀ ਹੈ ਗ੍ਰੇਟਰ ਦੈਨ 0 ਹੈ, ਇਹਨੂੰ ਪੁਆਇੰਟ ਤੋਂ ਪੋਜ਼ੀਟਿਵ ਲੈ ਸਕਦੇ ਹਾਂ। ਇਸ ਤਰ੍ਹਾਂ ਹੀ ਇਹਨੂੰ ਆਪਾਂ ਲੈਫਟ ਹੈਂਡ ਲਿਮਿਟ ਅਤੇ ਰਾਈਟ ਹੈਂਡ ਲਿਮਿਟ ਚੈੱਕ ਕਰਾਂਗੇ, ਜਿਵੇਂ f1 ਮਲਟੀਪਲਾਈ f1 ਇਜ਼ ਇਕੁਅਲ ਟੂ f1 ਪਲਸ f1। ਸਿੰਪਲੀ ਇਹਦੇ ਵਿੱਚ x ਦੇ ਵਿੱਚ ਆਪਾਂ ਵੈਲਿਊ ਪੁੱਟ ਕਰਤੀਆਂ 1, x ਦੀ ਵੈਲਿਊ 1 ਪੁੱਟ ਕਰਤੀ, ਇਹ ਕੀ ਬਣ ਗਿਆ f1 ਦਾ ਸਕੇਅਰ ਇਜ਼ ਇਕੁਅਲ ਟੂ 2f1, f1 ਨਾਲ ਇੱਕ f1 ਕੈਂਸਲ ਹੋ ਜੂ, f1 ਦੀ ਵੈਲਿਊ ਕਿੰਨੀ ਆ ਗਈ 2। ਇਹਦੇ ਵਿੱਚ ਇਹੀ ਚੈੱਕ ਕਰਨਾ ਸੀ f1 ਦੀ ਆਪਣੀ ਵੈਲਿਊ ਕਿੰਨੀ ਆ ਜੂਗੀ 2, ਆਂਸਰ ਕਿੰਨਾ ਆ ਗਿਆ ਆਪਣਾ 2। ਨੈਕਸਟ ਕੁਐਸਚਨ ਹੈ ਲਿਮਿਟ n ਅਪਰੋਚਿਸ ਟੂ ਇਨਫਿਨਿਟੀ n sin 2π/3n ਡੋਟ cos 2π/3n। ਹੁਣ ਦੇਖੋ ਇਹ ਧਿਆਨ ਰੱਖਣਾ, ਲਿਮਿਟ ਕਿਹਨੂੰ ਅਪਰੋਚ ਕਰ ਰਹੀ ਹੈ, ਇਨਫਿਨਿਟੀ ਨੂੰ ਅਪਰੋਚ ਕਰ ਰਹੀ ਹੈ, ਮਤਲਬ ਆਪਾਂ ਉਰੇ ਇਹਨੂੰ ਸੋਲਵ ਕਰਾਂਗੇ। ਹੁਣ ਦੇਖੋ ਹੁਣ ਲਿਮਿਟ ਇੱਥੇ ਕੀ ਹੈ ਆਪਣੇ ਕੋਲੇ 1/x, ਲਿਮਿਟ x ਅਪਰੋਚਿਸ ਟੂ ਇਨਫਿਨਿਟੀ 1/x ਦਿਸ, ਸੋਰੀ x ਅਪਰੋਚਿਸ ਟੂ 0 ਨੂੰ ਕਰ ਰਹੀ ਹੈ x ਅਪਰੋਚ। ਹੁਣ ਇੱਕ ਫਾਰਮੂਲਾ ਹੁੰਦਾ, ਆਹ ਫਾਰਮੂਲਾ ਤੁਸੀਂ ਧਿਆਨ 'ਚ ਰੱਖਣਾ, ਸਾਈਨ ax ਇਜ਼ ਇਕੁਅਲ ਟੂ 1 ਹੁੰਦਾ ਹਮੇਸ਼ਾ ਜਦੋਂ ਲਿਮਿਟ x ਅਪਰੋਚਿਸ ਟੂ 0 ਕਰ ਰਹੀ ਹੋਵੇ, ਅਤੇ ਇਹੀ ਟੈਨ ਹੁੰਦਾ, ਟੈਨ ਵੀ ਹਮੇਸ਼ਾ ਅਪਰੋਚ 1 ਕਰੂ, ਅਤੇ ਮੰਨ ਲਓ ਇਹੀ ਆ ਜਾਏ ਲਿਮਿਟ x ਅਪਰੋਚਿਸ ਟੂ 0 cos x/x, ਕੋਸ ਹੈ ਇਜ਼ ਇਕੁਅਲ ਟੂ 0, ਕੋਸ ਲਈ ਹਮੇਸ਼ਾ 0 ਹੁੰਦਾ, ਠੀਕ ਹੈ। ਮਤਲਬ ਉਰੇ ਕਿੰਨਾ ਬਣਾਇਆ, ਹੁਣ ਦੇਖੋ ਆਪਾਂ ਇਹਦੇ ਵਿੱਚ ਕੀ ਕੀਤਾ 2π/3x ਨਾਲ ਮਲਟੀਪਲਾਈ ਕਰਤਾ, 2π/3x ਨਾਲ ਡਿਵਾਈਡ ਕਰਤਾ, ਜਦੋਂ ਡਿਵਾਈਡ ਕਰਾਂਗੇ ਇਹ ਇੰਨਾ ਕੀ ਬਣ ਜੂ, ਇਹਦੀ ਵੈਲਿਊ ਕਿੰਨੀ ਆ ਗਈ 1, ਆਪਣੇ ਕੀ ਬਚ ਗਿਆ 2π/3, ਜਿਹੜਾ ਆਹ ਹੁੰਦਾ ਕੋਸ 2πx/3 ਇਹਦੀ ਵੀ ਵੈਲਿਊ ਕਿੰਨੀ ਹੋਊਗੀ 1, ਅਤੇ ਇਹ ਕੀ ਹੈਗਾ 2π/3 ਕੀ ਹੈਗਾ ਆਪਣਾ ਆਂਸਰ, ਮਤਲਬ ਥਰਡ ਆਪਸ਼ਨ ਸੀ ਆਪਸ਼ਨ ਕੀ ਆਪਣਾ ਕਰੈਕਟ। ਨੈਕਸਟ ਕੁਐਸਚਨ ਹੈ ਲਿਮਿਟ x ਅਪਰੋਚਿਸ ਟੂ 0 tan x ਮਾਈਨਸ sin x/x³। ਇਹਦੇ ਵਿੱਚ ਲਿਮਿਟ ਲਈ ਸੋਲਵ ਕਰਨਾ ਇਹਨੂੰ ਕੁਐਸਚਨ ਨੂੰ ਆਪਾਂ। ਹੁਣ ਦੇਖੋ ਟੈਨ ਨੂੰ ਕਿਸ 'ਚ ਖੋਲ ਸਕਦੇ, ਟੈਨ ਥੀਟਾ ਫਾਰਮੂਲਾ ਹੁੰਦਾ sin/cos ਮਾਈਨਸ sin x, ਉੱਪਰ ਐਲਸੀਅਮ ਲੈ ਲਾਂਗੇ ਆਪਾਂ, ਕੀ ਬਣ ਜੂ ਐਲਸੀਅਮ ਲੈ ਕੇ 1 ਮਾਈਨਸ cos cos x x³
ठीक है। सो नीचे उरे की आ जाऊगा cos x आऊगा उरे अपने कोले, नीचे आ जाऊगा उरे cos x। ਇਹਨੂੰ ਸੋਲਵ ਕਰਾਂਗੇ ਹੁਣ 1 ਮਾਈਨਸ ਕੋਸ ਥੀਟਾ ਫਾਰਮੂਲਾ ਕੀ ਹੁੰਦਾ 2 ਸਾਈਨ ਸਕੇਅਰ ਥੀਟਾ ਬਟਾ 2 ਸਾਈਨ ਸਕੇਅਰ ਥੀਟਾ ਬਟਾ 2 ਸਾਈਨ ਐਕਸ ਪਾਉਣ ਐਕਸ ਉਮੀ ਇਹ ਕੀ ਹੋ ਜੂ 1 ਕਿਉਂਕਿ ਲਿਮਿਟ ਕਿਹਨੂੰ ਅਪਰੋਚ ਕਰ ਰਹੀ ਹੈ 0 ਨੂੰ। ਅਤੇ ਆਪਾਂ ਹੁਣ ਦੇਖੋ ਸਾਈਨ ਸਕੇਅਰ x/2 ਨਾਲ ਮਲਟੀਪਲਾਈ x/2 ਨਾਲ ਡਿਵਾਈਡ ਐਕਸ ਸਕੇਅਰ ਪਾਉਣ 4 ਬਣ ਗਏ, ਨੀਚੇ ਇਹ ਵੀ ਕੀ ਬਣ ਜੂ 1 2.4 ਰਹਿ ਗਿਆ ਆਪਣੇ ਕੋਲ, 2.4 ਕੱਟ ਕੇ ਕਿੰਨਾ ਆ ਗਿਆ ਆਂਸਰ 1/2। ਫਸਟ ਆਪਸ਼ਨ ਕੀ ਹੋਊਗਾ ਇਹਦਾ ਕਰੈਕਟ। ਨੈਕਸਟ ਕੁਐਸਚਨ ਹੈ ਲਿਮਿਟ x ਅਪਰੋਚਿਸ 0 ਸਾਈਨ √x ਪਾਉਣ √4 √x ਕੁਆਡਰੇਟਿਕ ਰੂਟ ਹੈ, ਠੀਕ ਹੈ। ਇਹਨੂੰ ਸੋਲਵ ਕਰਨਾ ਆਪਾਂ ਆਪਸ਼ਨ ਦਿੱਤੇ ਆ 0 1/2 1/3 2। ਉਸ ਤਰ੍ਹਾਂ ਹੀ ਸੋਲਵ ਕਰਾਂਗੇ ਹੁਣ x ਦੀ ਪਾਵਰ 1/2 ਆਪਾਂ ਨੀਚੇ ਕਿੰਨੀ x ਦੀ ਪਾਵਰ 1/2 ਲਿਆਉਣੀ ਆ, ਨੀਚੇ x ਦੀ ਪਾਵਰ 1/4 ਹੈ। ਆਪਾਂ ਕੀ ਕਰਾਂਗੇ x ਦੀ ਪਾਵਰ 1/2 ਨਾਲ ਮਲਟੀਪਲਾਈ ਅਤੇ ਡਿਵਾਈਡ। ਹੁਣ ਦੇਖੋ ਨੀਚੇ ਹੀ ਕੱਟ ਕੇ ਸੋਲਵ ਕਰਕੇ ਕਿੰਨਾ ਹੋ ਜੂਗਾ ਸਾਈਨ x 1/2 ਪਾਉਣ x ਦੀ ਪਾਵਰ 1/2 ਮਲਟੀਪਲਾਈ ਬਾਈ x ਦੀ ਪਾਵਰ 1/4 ਮਾਈਨਸ 1/2। ਇਹ ਕੀ ਹੋ ਜੂ ਆਪਣੇ 1 ਰਹਿ ਕੀ ਗਿਆ ਆਪਣੇ 1/4 ਮਾਈਨਸ 1/2। ਇਹਦੀ ਵੈਲਿਊ ਕਿੰਨੀ ਹੋ x ਦੀ ਪਾਵਰ 1/4। x ਦੀ ਵੈਲਿਊ ਕੀ ਆਪਣੇ x ਕਿਹਨੂੰ ਅਪਰੋਚ ਕਰ ਰਿਹਾ 0, ਮਤਲਬ ਆਨਸਰ ਕੀ ਆਏਗਾ ਆਪਣਾ 0। ਸੋ ਆਪਸ਼ਨ ਕੀ ਏ ਕੀ ਆ ਜੂ ਕਰੈਕਟ ਆਪਸ਼ਨ। ਨੈਕਸਟ ਕੁਐਸਚਨ ਹੈ ਲਿਮਿਟ x ਅਪਰੋਚ 0 e ਦੀ ਪਾਵਰ 1/x ਮਾਈਨਸ 1 e ਦੀ ਪਾਵਰ 1/x ਪਲੱਸ 1। ਇਹਨੂੰ ਕਿਵੇਂ ਸੋਲਵ ਕਰਾਂਗੇ ਹੁਣ ਦੇਖੋ ਇਹਦੇ ਵਿੱਚ ਕੀ ਕੀਤਾ ਹੁਣ ਆਪਾਂ ਉੱਪਰੋਂ ਅਤੇ ਨੀਚੋਂ e ਦੀ ਪਾਵਰ 1/x ਕਾਮਨ ਕੱਢ ਲਿਆ ਆਪਾਂ, ਇਹ 'ਚੋਂ ਵੀ e ਦੀ 1/x ਪਾਵਰ ਕਾਮਨ ਕੱਢ ਲਿਆ ਅਤੇ ਨੀਚੋਂ ਵੀ ਡਿਨੋਮੀਨੇਟਰ 'ਚੋਂ ਵੀ e ਦੀ ਪਾਵਰ 1/x ਕਾਮਨ ਕੱਢ ਲਿਆ। e ਦੀ ਪਾਵਰ 1/x ਨਾਲ e ਦੀ ਪਾਵਰ 1/x ਕੈਂਸਲ ਹੋ ਜੂਗਾ, ਆਪਣੇ ਬਚ ਗਿਆ ਆਹ x ਕਿਹਨੂੰ ਅਪਰੋਚ ਕਰ ਰਿਹਾ ਸੀ 0 ਨੂੰ, e ਦੀ ਪਾਵਰ 0 ਕਿਹਨੂੰ ਅਪਰੋਚ ਕਰ ਜੂਗਾ ਇਨਫਿਨਿਟੀ ਨੂੰ, ਠੀਕ ਹੈ। e ਦੀ ਪਾਵਰ ਇਨਫਿਨਿਟੀ ਬਣ ਜੂ 1/0 ਕੀ ਹੋ ਜੂਗਾ ਇਨਫਿਨਿਟੀ, ਅਤੇ e ਦੀ ਪਾਵਰ ਇਨਫਿਨਿਟੀ ਕਿੰਨਾ ਹੋ ਜੂਗਾ ਇਨਫਿਨਿਟੀ। ਇਸ ਤੋਂ ਬਾਅਦ 1/ਇਨਫਿਨਿਟੀ ਕਿੰਨਾ ਹੋ ਜੂਗਾ 0, ਇਸ ਲਈ ਕਿੰਨਾ ਆ ਗਿਆ 1 ਮਾਈਨਸ 0.1 ਪਲੱਸ 0 1 ਕੀ ਆ ਗਿਆ ਇਹਦਾ ਆਂਸਰ। ਫਸਟ ਆਪਸ਼ਨ ਇਜ਼ ਕਰੈਕਟ। ਨੈਕਸਟ ਕੁਐਸਚਨ ਹੈ ਲਿਮਿਟ x ਅਪਰੋਚਿਸ ਟੂ 0 f ਮਾਈਨਸ x ਪਾਉਣ f ਮਾਈਨਸ x ਪਾਉਣ 2x ਇਜ਼ ਇਕੁਅਲ ਟੂ। ਹੁਣ ਇਹਦੇ ਵਿੱਚ ਫਾਰਮੂਲਾ ਧਿਆਨ 'ਚ ਰੱਖਣਾ ਲਿਮਿਟ x ਅਪਰੋਚਿਸ 0 ਜਦੋਂ ax ਮਾਈਨਸ 1 ਪਾਉਣ x ਇਹਦੀ ਵੈਲਿਊ ਹੁੰਦੀ ਹੈ log a। ਉਸ ਤਰ੍ਹਾਂ ਹੀ ਸੋਲਵ ਕਰਾਂਗੇ ਆਪਾਂ fx ਪਾਉਣ f ਮਾਈਨਸ x ਕਾਮਨ ਕੱਢ ਲਿਆ ਇਹਦੇ ਵਿੱਚੋਂ, ਠੀਕ ਹੈ। ਇਹ ਕੀ ਬਣ ਗਿਆ ਹੁਣ ਆਪਣੇ ਫਾਰਮੂਲਾ ਬਣ ਜੂ ਉਹੀ, ਮਤਲਬ ਇਹਦਾ ਆਂਸਰ ਕੀ ਹੈਗਾ 2 log 5। ਨੈਕਸਟ ਹੈ ਆਪਣੇ 8th ਕੁਐਸਚਨ ਲਿਮਿਟ x ਅਪਰੋਚਿਸ ਟੂ 0 1 ਪਾਉਣ x log 1 ਪਲੱਸ 2x। ਇਹਨੂੰ ਸੋਲਵ ਕਰਾਂਗੇ ਆਪਾਂ। ਹੁਣ ਦੇਖੋ log ਦੀ ਪ੍ਰੋਪਰਟੀ ਹੁੰਦੀ ਹੈ ਜਿਹੜੀ ਪਾਵਰ ਹੁੰਦੀ ਆ ਉਹ ਨੀਚੇ ਆ ਜਾਂਦੀ ਹੈ, ਮਤਲਬ ਜੇ ਆਪਣੇ ਲਵੇ log m ਦੀ ਪਾਵਰ n ਹੈ ਤਾਂ ਪਾਵਰ ਅੱਗੇ ਆ ਜਾਂਦੀ ਹੁੰਦੀ ਹੈ log m। ਇਹਦੇ ਵਿੱਚ ਇਹੀ ਪ੍ਰੋਪਰਟੀ ਯੂਜ਼ ਕੀਤੀ ਹੈ, ਜਿਹੜੀ ਪਾਵਰ ਸੀ 1/x ਅੱਗੇ ਸੀ ਉਹ ਪਾਵਰ 'ਚ ਚਲੀ ਗਈ। ਹੁਣ ਦੇਖੋ ਇਹ x ਕਿਹਨੂੰ ਅਪਰੋਚ ਕਰ ਰਿਹਾ x ਇਹਨੂੰ ਅਪਰੋਚ ਕਰ ਰਿਹਾ 0 ਨੂੰ, ਉਰੇ ਕਿੰਨਾ ਬਣ ਜੂ 1 ਪਲੱਸ 2x ਦੀ ਥਾਂ 'ਤੇ 1 ਪਲੱਸ ax ਦੀ x e ਦੀ ਪਾਵਰ x ਹੋ ਜਾਂਦਾ ਹੁੰਦਾ। ਇਹਦੇ ਵਿੱਚ ਕਿੰਨਾ a ਦੀ ਵੈਲਿਊ ਕਿੰਨੀ ਹੈ 2 ਹੈ, e ਦੀ ਪਾਵਰ 2 log ਇਜ਼ ਇਕੁਅਲ ਕੱਟ ਜਾਂਦਾ ਹੁੰਦਾ log ਤੇ ਹੀ ਇੱਕ ਦੂਜੇ ਦੇ ਕਹਿੰਦਾ ਇਨਵਰਸ ਹੁੰਦੇ ਆ ਇਕੁਅਲ ਟੂ 2 ਕੀ ਆ ਜੂ ਆਨਸਰ। ਓਕੇ ਥੈਂਕ ਯੂ। ਅੱਜ ਦਾ ਸੈਸ਼ਨ ਇੱਥੇ ਤੱਕ ਹੀ ਸੀ। ਜੇ ਪ੍ਰੋਬਲਮ ਆਉਂਦੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੇਰਾ ਚੈਨਲ। ਥੈਂਕ ਯੂ ਗਾਈਸ।